ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਗੁਰੂ ਦੇ ਬਚਨ ਕਮਾਉਣ ਦੇ ਅੰਦਰ, ਗੁਰੂ ਦੇ ਬਚਨ ਮੰਨਣ ਦੇ ਅੰਦਰ, ਗੁਰੂ ਦੇ ਬਚਨਾਂ ਦੇ ਪਹਿਰਾ ਦੇਣ ਦੇ ਅੰਦਰ ਜਿਹੜੀ ਕਲਾ ਕੰਮ ਕਰਦੀ ਆ ਨਾ, ਇਹ ਕਲਾ ਕਮਾਲ ਦੀ ਆ। ਇਸ ਦਾ ਰਿਜ਼ਲਟ ਬੜਾ ਹੈਰਾਨੀਜਨਕ ਹੁੰਦਾ, ਬੜਾ ਆਸ਼ਚਰਜ ਹੁੰਦਾ ਹੈਗਾ। ਅੱਜ ਤੱਕ ਗੁਰੂ ਘਰ ਦੇ ਅੰਦਰ ਜਾਂ ਜਿੰਨੇ ਵੀ ਧਰਮ ਹੋਏ ਆ, ਉਹਨਾਂ ਦੇ ਵਿੱਚ ਅਗਰ ਕਿਸੇ ਨੇ ਬਚਨਾਂ ਦੇ ਉੱਤੇ ਪਹਿਰਾ ਦਿੱਤਾ ਹੈ, ਗੁਰੂ ਦਾ ਬਚਨ ਕਮਾਇਆ ਹੈ ਨਾ, ਬਸ ਉਸ ਦੀ ਹੀ ਚੜ੍ਹਤ ਹੁੰਦੀ, ਉਸ ਦੀ ਚੜ੍ਹਾਈ ਹੁੰਦੀ ਹੈ। ਉਹੀ ਹੀ ਪਰਮੇਸ਼ਰ ਨੂੰ ਪਾ ਸਕਦਾ ਹੈਗਾ। ਬਚਨਾਂ ਦੀ ਸ਼ਕਤੀ ਦੇ ਅੰਦਰ ਐਡੀ ਜਾਰੀ ਤਾਕਤ ਛੁਪੀ ਹੋਈ ਆ। ਸੋ ਦੇਖੋ, ਜਿਵੇਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦ ਸੰਸਾਰ ਦੇ ਵਿੱਚ ਲੋਕਾਂ ਨੂੰ ਤਾਰਨ ਦੇ ਵਾਸਤੇ ਨਾਮਦਾਨ ਦਾ ਉਪਦੇਸ਼ ਦਿੱਤਾ, ਜਿਨ੍ਹਾਂ ਜਗਿਆਸੂਆਂ ਨੇ ਬਾਬੇ ਨਾਨਕ ਦੇ ਬਚਨਾਂ ਨੂੰ ਮੰਨਿਆ, ਮੰਨ ਕੇ ਕਮਾਇਆ ਹੈਗਾ, ਉਹ ਸਾਰੇ ਦੇ ਸਾਰੇ ਭਵਸਾਗਰ ਤੋਂ ਪਾਰ ਹੋ ਗਏ। ਚਾਹੇ ਉਹਨਾਂ ਦੇ ਵਿੱਚ ਸੱਜਣ ਠੱਗ ਸੀਗਾ, ਚਾਹੇ ਕੌਡਾ ਰਾਖਸ਼ ਸੀਗਾ, ਚਾਹੇ ਵੱਡੇ ਵੱਡੇ ਕੋੜੀ ਹੋਏ ਆ, ਚਾਹੇ ਜਿੰਨੇ ਵੀ ਜਿਹੜੇ ਹੈ ਗੈਰ ਧਰਮਾਂ ਦੇ ਲੋਕੀ ਸੀ, ਜਿਨ੍ਹਾਂ ਨੇ ਬਾਬੇ ਨਾਨਕ ਦਾ ਬਚਨ ਕਮਾਇਆ, ਉਹਨਾਂ ਦੀ ਝੋਲੀ ਕਦੀ ਖਾਲੀ ਨਹੀਂ ਗਈ। ਉਹਨਾਂ ਦੀਆਂ ਝੋਲੀਆਂ ਹਮੇਸ਼ਾ ਭਰੀਆਂ ਹੈ। ਕਿਉਂ? ਬਚਨਾਂ ਦੇ ਕਰਕੇ ਹੀ ਦੇਖੋ ਬਾਬਾ ਲਹਿਣਾ ਜੀ ਨੇ ਦੇਖੋ ਗੁਰੂ ਪਦਵੀ ਨੂੰ ਪ੍ਰਾਪਤ ਕੀਤਾ। ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰੂ ਪਦਵੀ ਨੂੰ ਪ੍ਰਾਪਤ ਕਰਕੇ ਦੇਖੋ ਪੂਰੇ ਸੰਸਾਰ ਦੇ ਉੱਤੇ ਬਾਬੇ ਨਾਨਕ ਦੀ ਜੈ ਜੈਕਾਰ ਕਰਾਈ। ਇਸ ਤਰ੍ਹਾਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਮੰਨ ਕੇ ਗੁਰੂ ਬਣੇ, ਗੁਰੂ ਪਦਵੀ ਨੂੰ ਪ੍ਰਾਪਤ ਕਰਕੇ ਦੇਖੋ ਸੰਸਾਰ ਨੂੰ ਤਾਰਿਆ ਗੁਰੂ ਰਾਮਦਾਸ ਮਹਾਰਾਜ ਨੇ। ਇਸ ਤਰ੍ਹਾਂ ਇਹ ਸਾਰੀ ਜਿਹੜੀ ਪਰੰਪਰਾ ਦਸਾਂ ਗੁਰੂਆਂ ਦੇ ਨਾਲ ਚੱਲਦੀ ਗਈ ਆ। ਇਸੇ ਤਰ੍ਹਾਂ ਜਿਹੜੇ ਗੁਰਸਿੱਖ ਹੋਏ ਆ, ਜਿਨ੍ਹਾਂ ਨੇ ਬਚਨ ਮੰਨੇ ਆ, ਬਸ ਉਹਨਾਂ ਦੀ ਜੈ ਜੈਕਾਰ ਲੋਕ ਤੇ ਪਰਲੋਕ ਦੇ ਵਿੱਚ ਹੋਈ ਆ। ਕਿਉਂਕਿ ਬਚਨ ਮੰਨਣ ਦੇ ਵਿੱਚ ਇੱਕ ਜੁਗਤ ਹੁੰਦੀ ਹੈ, ਇੱਕ ਜਾਰੀ ਕਰਾਮਾਤ ਹੁੰਦੀ ਹੈ, ਜਿਹੜੀ ਆਦਮੀ ਨੂੰ ਉਸ ਦੇ ਮੁਕਾਮ ਤੱਕ ਪਹੁੰਚਾ ਦਿੰਦੀ ਆ। ਜਿਵੇਂ ਇੱਕ ਕੋਈ ਹਰਦਾਸ ਨਾਂ ਦਾ ਇੱਕ ਵਿਅਕਤੀ ਬੜਾ ਗਰੀਬ ਸੀਗਾ। ਇਹ ਇੰਨਾ ਗਰੀਬ ਸੀਗਾ ਕਿ ਕਿਸੇ ਨੇ ਆਖਿਆ ਕਿ ਤੂੰ ਇੰਨਾ ਗਰੀਬ ਹੈਗਾ ਕਿ ਅਗਰ ਤੂੰ ਆਪਣੀ ਗਰੀਬੀ ਦੂਰ ਕਰਨੀ ਆ ਤਾਂ ਇਹਦਾ ਇੱਕੋ ਇੱਕ ਸ਼ਾਰਟਕਟ ਜਿਹੜਾ ਹੈਗਾ, ਉਹ ਇੱਕੋ ਇੱਕ ਹੱਲ ਹੈ, ਉਹ ਹੈ ਸਾਧੂ ਦੀ ਸੰਗਤ। ਕਿਉਂ? ਗੁਰਬਾਣੀ ਦਾ ਫਰਮਾਨ ਹੈ, 4 ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ। ਸਾਧੂਆਂ ਦੀ ਸੇਵਾ ਤੋਂ 4 ਪਦਾਰਥ ਮਿਲਦੇ ਆ। ਸੋ ਜਦੋਂ ਇਹ ਗੱਲ ਇਹਨੇ ਲੜ ਬੰਨ੍ਹ ਲਈ, ਕਿਸੇ ਮਹਾਤਮਾ ਦੀ ਸੇਵਾ ਦੇ ਵਿੱਚ ਚਲੇ ਗਏ ਅਤੇ ਸੇਵਾ ਕਰਦੇ ਰਹੇ। ਮਹਾਤਮਾ ਜਿਹੜੇ ਸੀ ਜਾਂ ਇਹਨੂੰ ਸੇਵਾ ਕਰਦੇ ਤੱਕਦੇ ਰਹੇ। ਇੱਕ ਦਿਨ ਮਹਾਤਮਾ ਨੇ ਵਿਚਾਰ ਕੀਤੀ ਕਿ ਜਿਹੜਾ ਹਰਦਾਸ ਇੰਨੀ ਸੇਵਾ ਕਰਦਾ ਹੈਗਾ ਜਗਿਆਸੂ, ਕਿਉਂ ਨਾ ਹੋਵੇ ਕਿ ਇਹਨੂੰ ਸੇਵਾ ਦੇ ਵੱਟੇ ਇਸ ਦੀ ਕੋਈ ਮਨ ਦੀ ਇੱਛਾ ਹੈਗੀ, ਉਹਦੀ ਪੂਰਤੀ ਦੇ ਵਾਸਤੇ ਕੋਈ ਨਾ ਕੋਈ ਯਤਨ ਕਰੀਏ। ਇਸ ਕਰਕੇ ਉਹਨਾਂ ਮਹਾਤਮਾ ਨੇ ਇਹਨਾਂ ਨੂੰ ਆਪਣੇ ਪਾਸ ਬੁਲਾਇਆ। ਜਦ ਪਾਸ ਬੁਲਾਇਆ ਤਾਂ ਇਹਨਾਂ ਨੂੰ ਪੁੱਛਿਆ, ਕਹਿੰਦੇ ਭਾਈ ਕੋਈ ਇੱਛਾ ਹੈਗੀ ਤਾਂ ਦੱਸੋ। ਪਹਿਲਾਂ ਤਾਂ ਇਹ 2 ਵਾਰ ਚੁੱਪ ਰਹੇ, ਪਰ ਤੀਸਰੇ ਬਚਨ 'ਚ ਕਹਿਣ ਲੱਗੇ, ਮਹਾਂਪੁਰਖੋ ਆਪ ਅੰਤਰਜਾਮੀ ਹੈ, ਜਾਣੀ ਜਾਣ ਹੈ। ਇੱਛਾ ਤਾਂ ਮੇਰੀ ਇਹੋ ਹੀ ਹੈ ਕਿ ਘਰ ਦੇ ਵਿੱਚ ਦਲਿੱਦਰੀ ਹੈ, ਗਰੀਬੀ ਹੈ, ਅਤੇ ਮੈਂ ਚਾਹੁੰਦਾ ਹੈਗਾ ਵੀ ਚਲੋ ਹੋਰ ਕੋਈ ਨਾ ਕੋਈ, ਭਾਵੇਂ ਨਾ ਹੀ ਕੁਛ ਹੋਵੇ, ਪਰ ਕਮ ਸੇ ਕਮ ਜੋ ਰੋਟੀ ਹੈਗੀ ਉਹ ਤਾਂ ਇੱਜ਼ਤ ਦੀ ਮਿਲੀ ਰਹੇ। ਕਿਉਂ? ਮੈਨੂੰ ਐਡਾ ਕੋਈ ਲੋਭ ਲਾਲਚ ਨਹੀਂ ਹੈ, ਐਡਾ ਦੁਨੀਆ ਦੇ ਵਿੱਚ ਨਾਮ ਕਮਾਉਣ ਦੀ ਕੋਈ ਮੇਰੇ ਅੰਦਰ ਲਾਲਸਾ ਨਹੀਂ, ਕੋਈ ਕਾਮਨਾ ਨਹੀਂ ਹੈ। ਮੈਂ ਬਸ ਇਹ ਚਾਹੁੰਦਾ ਹੈਗਾ ਕਿ ਬਸ ਜਿਹੜੀ ਰੋਟੀ ਹੈ ਨਾ, ਉਹ ਇੱਜ਼ਤ ਦੀ ਮਿਲੇ, ਬਸ ਰਹਿਣ ਵਾਸਤੇ ਇੱਕ ਛੋਟਾ ਜਿਹਾ ਮਕਾਨ ਹੋਵੇ, ਬਸ ਇਹੋ ਹੀ ਜਿਹੜੀ ਚਾਹਤ ਮਨ ਦੇ ਵਿੱਚ ਬਣੀ ਰਹਿੰਦੀ ਆ। ਜਦ ਇਹਨੇ ਇਹ ਬਚਨ ਕੀਤੇ ਤਾਂ ਮਹਾਤਮਾ ਕਹਿਣ ਲੱਗੇ, ਕਹਿੰਦੇ ਦੇਖ ਭਾਈ, ਅਗਰ ਜ਼ਿੰਦਗੀ ਦੇ ਵਿੱਚ ਕਿਸੇ ਮੁਕਾਮ 'ਤੇ ਪਹੁੰਚਣਾ ਹੈਗਾ, ਫਿਰ ਜਿਹੜੇ ਹੈ ਨਾ ਬਚਨਾਂ ਦੇ ਉੱਤੇ ਪੂਰਾ ਪਹਿਰਾ ਦੇਣਾ ਪੈਣਾ ਹੈਗਾ। ਅਤੇ ਜਿਹੜੇ ਆਦਮੀ ਬਚਨਾਂ 'ਤੇ ਪਹਿਰਾ ਦਿੰਦੇ ਆ, ਬਚਨਾਂ ਨੂੰ ਕਮਾ ਲੈਂਦੇ ਆ, ਆਪਣੇ ਜੀਵਨ ਦੇ ਵਿੱਚ ਹੰਢਾ ਲੈਂਦੇ ਆ, ਅਸਲ ਦੇ ਵਿੱਚ ਉਹਨਾਂ ਦੀ ਹੀ ਚੜ੍ਹਤ ਬਣਦੀ ਹੈ। ਸੋ ਇਹ ਜਿਹੜਾ ਉਪਦੇਸ਼ ਜਦ ਮਹਾਤਮਾ ਇਹਨਾਂ ਨੂੰ ਦਿੱਤਾ, ਅਤੇ ਇਹ ਗੁਰੂ ਸੇਵਕ ਜਿਹੜੇ ਸੀ ਚੁੱਪ ਕਰਕੇ ਸੁਣਦੇ ਰਹੇ। ਉਸ ਤੋਂ ਬਾਅਦ ਮਹਾਤਮਾ ਕਹਿਣ ਲੱਗੇ, ਕਹਿੰਦੇ ਦੇਖ ਭਾਈ, ਤੂੰ ਇਸ ਤਰ੍ਹਾਂ ਕਰ ਕਿ ਇੱਥੇ ਦਾ ਜਿਹੜਾ ਰਾਜਾ ਹੈਗਾ, ਉਸ ਰਾਜੇ ਦੇ ਕੋਲ ਜਾ, ਉਹਨੂੰ ਜਾ ਕੇ ਬੇਨਤੀ ਕਰਕੇ ਮੈਨੂੰ ਕੋਈ ਛੋਟੀ ਮੋਟੀ ਨੌਕਰੀ ਜਿੱਥੇ ਵੀ ਕੋਈ ਮਿਲਦੀ ਹੈਗੀ ਆ, ਉਹ ਮੈਨੂੰ ਦੇ ਦੇ। ਤਾਂ ਪਰ ਇੱਕ ਗੱਲ ਦਾ ਖਿਆਲ ਰੱਖੀ, ਅਗਰ ਰਾਜਾ ਤੇਰੇ ਉੱਤੇ ਦਇਆ ਕਰਕੇ ਤੈਨੂੰ ਕੋਈ ਨੌਕਰੀ ਦੇ ਵੀ ਦੇਗਾ ਛੋਟੀ ਮੋਟੀ, ਪਰ ਤੂੰ 2 ਬਚਨਾਂ 'ਤੇ 2 ਜਿਹੜੀਆਂ ਹੈਗੀਆਂ ਉਹ ਚੀਜ਼ਾਂ 'ਤੇ ਪਹਿਰਾ ਦੇਣਾ ਹੈਗਾ। ਇਹ ਕਹਿਣ ਲੱਗਾ, ਜੀ ਦੱਸੋ, ਹੁਕਮ ਕਰੋ, ਮੈਨੂੰ ਕੀ ਕਰਨਾ ਪਊਗਾ। ਫਿਰ ਮਹਾਤਮਾ ਜਿਹੜੇ ਸੀ ਆਪਣੇ ਸੇਵਕ ਨੂੰ ਕਹਿਣ ਲੱਗੇ, ਕਹਿੰਦੇ ਦੇਖ ਭਾਈ, ਸਭ ਤੋਂ ਪਹਿਲਾਂ ਇਸ ਚੀਜ਼ 'ਤੇ ਪਹਿਰਾ ਦੇਣਾ ਵੀ ਜੋ ਵੀ ਕੰਮ ਤੈਨੂੰ ਜਿਹੜਾ ਹੈ ਰਾਜੇ ਨੇ ਦਿੱਤਾ ਹੈਗਾ, ਉਹ ਕੰਮ ਪੂਰੀ ਇਮਾਨਦਾਰੀ ਅਤੇ ਲਗਨ ਦੇ ਨਾਲ ਕਰਨਾ ਹੈਗਾ। ਉਸ ਕੰਮ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਆਲਸ, ਕੋਈ ਚਤਰਾਈ, ਕੋਈ ਸਿਆਣਪ ਨਹੀਂ ਵਰਤਣੀ ਹੈਗੀ। ਬਸ ਪੂਰੀ ਇਮਾਨਦਾਰੀ ਅਤੇ ਲਗਨ ਦੇ ਨਾਲ ਕੰਮ ਕਰਨਾ।
ਪਹਿਲਾਂ ਤਾਂ ਇਸ ਬਚਨ 'ਤੇ ਪਹਿਰਾ ਦੇਣਾ। ਤਾਂ ਸੋ ਸੇਵਕ ਉਹਨਾਂ ਤਾਂ ਕਹਿੰਦਾ ਜੀ 7 ਬਚਨ ਮੈਂ ਇਸ ਤਰ੍ਹਾਂ ਹੀ ਕਰੂੰਗਾ। ਫਿਰ ਦੂਸਰਾ ਮਹਾਤਮਾ ਨੇ ਇਹਨਾਂ ਨੂੰ ਇਹ ਬਚਨ ਹੀ ਦਿੱਤਾ ਸੀ, ਕਹਿੰਦੇ ਦੇਖ ਭਾਈ, ਦੂਸਰਾ ਬਚਨ ਤਾਂ ਜ਼ਿੰਦਗੀ 'ਚ ਇਹ ਕਮਾਉਣਾ ਹੈਗਾ ਕਿ ਕਿਸੇ ਵੀ ਇਨਸਾਨ ਨੂੰ, ਚਾਹੇ ਉਹ ਕਿੱਡੇ ਤੋਂ ਕਿੱਡਾ ਜਿਹੜਾ ਉਹ ਮਾੜਾ ਹੋਵੇ, ਚਾਹੇ ਕਿੰਨੇ ਤੋਂ ਕਿੰਨਾ ਚੰਗਾ ਹੋਵੇ, ਉਸ ਨੂੰ ਕੋਈ ਵੀ ਐਸਾ ਅਪਸ਼ਬਦ ਨਹੀਂ ਬੋਲਣਾ ਕਿ ਜਿਹਦੇ ਨਾਲ ਉਹਦੇ ਹਿਰਦੇ ਨੂੰ ਜਿਹੜੀ ਹੈ ਉਹ ਸੱਟ ਵੱਜੇ, ਉਹਦਾ ਹਿਰਦਾ ਦੁਖੇ, ਉਹਦੇ ਹਿਰਦੇ ਦੇ ਵਿੱਚ ਕਿਸੇ ਤਰ੍ਹਾਂ ਦਾ ਦਰਦ ਅਨੁਭਵ ਹੋਵੇ। ਚਾਹੇ ਕੋਈ ਜਿਹੜਾ ਆਦਮੀ ਉਹ ਕਿੰਨਾ ਵੀ ਜਿਹੜਾ ਹੈ ਨਾ ਉਹ ਪਾਪੀ ਹੋਵੇ, ਹੀਣ ਭਾਵਨਾ ਵਾਲਾ ਹੋਵੇ, ਜਾਂ ਬਹੁਤ ਉੱਚਾ ਸ੍ਰੇਸ਼ਟ ਵਿਦਵਾਨ ਵੀ ਹੋਵੇ, ਮਹਾਤਮਾ ਵੀ ਹੋਵੇ, ਪਰ ਕਿਸੇ ਦੇ ਵਾਸਤੇ ਕੋਈ ਅਪਸ਼ਬਦ ਨਹੀਂ ਵਰਤਣਾ ਹੈ, ਮਿੱਠਾ ਸ਼ਬਦ ਵਰਤਣਾ ਹੈ। ਬਸ ਜੋ ਵੀ ਗੱਲ ਕਰਨੀ ਇਸ ਤਰ੍ਹਾਂ ਕਰਨੀ ਹੈ ਕਿ ਜਿਵੇਂ ਉਸ ਦੀ ਤੁਸੀਂ ਤਾਰੀਫ ਕਰ ਰਹੇ ਹੋ। ਬਸ ਇਹ ਜਿਹੜੇ 2 ਬਚਨ ਹਨ, ਇਹਨਾਂ ਦੇ ਉੱਤੇ ਡਟ ਕੇ ਪਹਿਰਾ ਦੇਣਾ। ਜਦ ਮਹਾਤਮਾ ਨੇ ਇਹਨਾਂ ਨੂੰ ਇਹ ਗੱਲ ਆਖੀ ਤੇ 7 ਬਚਨ ਕਰਕੇ ਚਲੇ ਗਏ। ਉੱਥੇ ਜਾ ਕੇ ਆਪਣੇ ਇਲਾਕੇ ਦਾ ਜਿਹੜਾ ਰਾਜਾ ਸੀ ਉਹਨੂੰ ਮਿਲੇ। ਜਦ ਇਲਾਕੇ ਦੇ ਰਾਜੇ ਨੂੰ ਮਿਲੇ ਤੇ ਰਾਜੇ ਨੇ ਇਹ 'ਤੇ ਤਰਸ ਖਾ ਕੇ ਇਹਨੂੰ ਇੱਕ ਜਿਹੜੀ ਸੀ ਉਹ ਝਾੜੂ ਮਾਰਨ ਦੀ ਸੇਵਾ ਜਿਹੜੀ ਸੀ ਆਪਣੇ ਰਾਜ ਦੇ ਵਿੱਚ ਦੇ ਦਿੱਤੀ ਕਿ ਤੂੰ ਮੇਰੇ ਰਾਜ ਦੇ ਵਿੱਚ ਇੰਨੀ ਜਗ੍ਹਾ ਦੇ ਵਿੱਚ ਹੈ ਨਾ ਬਾਹਰ ਪਾਸੇ ਰੋਜ਼ ਝਾੜੂ ਮਾਰਨਾ ਹੈ। ਦੇਖੋ ਇਹ ਜਿਹੜਾ ਮਹਾਤਮਾ ਦਾ ਸੇਵਕ ਸੀਗਾ ਰਾਜੇ ਦੇ ਦਰਬਾਰ ਦੇ ਵਿੱਚ ਪਹਿਲੇ ਵਚਨ 'ਤੇ ਪੂਰਾ ਪਹਿਰਾ ਦਿੰਦਾ ਰਿਹਾ। ਬਹੁਤ ਹੀ ਇਹਨੇ ਲਗਨ ਇਮਾਨਦਾਰੀ ਨਾਲ ਕੰਮ ਕਰਨਾ। ਟਾਈਮ ਤੋਂ ਜਿਹੜਾ ਪਹਿਲਾਂ ਜਿਹੜਾ ਹੈ ਉੱਥੇ ਪਹੁੰਚ ਜਾਣਾ ਰਾਜੇ ਦੇ ਦਰਬਾਰ ਦੇ ਵਿੱਚ। ਬਸ ਫਿਰ ਪਾਣੀ ਦਾ ਛਿੜਕਾਅ ਕਰਨਾ, ਫਿਰ ਝਾੜੂ ਮਾਰਨਾ। ਇਸ ਤਰ੍ਹਾਂ ਆਪਣੀ ਇਹ ਡਿਊਟੀ ਜਿਹੜੀ ਸੀ ਬਹੁਤ ਇਮਾਨਦਾਰੀ ਦੇ ਨਾਲ ਕਰਨੀ। ਜਦ ਇਸ ਤਰ੍ਹਾਂ ਇਮਾਨਦਾਰੀ ਦੇ ਨਾਲ ਡਿਊਟੀ ਕਰਨੀ, ਇੱਕ ਵਾਰੀ ਰਾਜਾ ਲੰਘਿਆ, ਉਹਨੇ ਕੀ ਤੱਕਿਆ ਕਿ ਉਹਦੇ ਮਹਿਲ ਦੇ ਬਾਹਰ ਬੜੀ ਸਫਾਈ ਹੋਈ ਆ, ਸਾਰੀ ਚੀਜ਼ ਜਿਹੜੀ ਉਹ ਆਪਣੀ ਜਗ੍ਹਾ 'ਤੇ ਰੱਖੀ ਹੋਈ ਆ, ਕੋਈ ਵੀ ਚੀਜ਼ ਇੱਧਰ ਉੱਧਰ ਖਿਲਰੀ ਨਹੀਂ ਹੈ। ਫਿਰ ਉਹਨੇ ਪੁੱਛਿਆ ਵੀ ਇੱਥੇ ਸਫਾਈ ਕੌਣ ਕਰਦਾ ਹੈ। ਫਿਰ ਜਿਹੜੇ ਨਾਲ ਦੇ ਰਾਜੇ ਦੇ ਮੰਤਰੀ ਸੀ ਉਹਨੇ ਦੱਸਿਆ ਕਿ ਇੱਕ ਨਵਾਂ ਨੌਕਰ ਜਿਹੜਾ ਤੁਸੀਂ ਰੱਖਿਆ ਹੈਗਾ, ਉਹ ਅਸੀਂ ਵੀ ਦੇਖਿਆ ਵੀ ਬੜੀ ਲਗਨ ਦੇ ਨਾਲ ਸਾਰੀ ਦਿਹਾੜੀ ਕੰਮ ਕਰਦਾ ਰਹਿੰਦਾ ਹੈ, ਕਦੇ ਵੀ 1 ਮਿੰਟ ਵਿਹਲਾ ਨਹੀਂ ਬੈਠਦਾ ਹੈਗਾ, ਅਤੇ ਪੂਰੀ ਲਗਨ ਉਤਸ਼ਾਹ ਅਤੇ ਚਾਅ ਨਾਲ ਜਿਹੜਾ ਕੰਮ ਕਰਦਾ ਰਹਿੰਦਾ ਹੈ। ਇਹ ਸੁਣ ਕੇ ਰਾਜਾ ਤਾਂ ਚੁੱਪ ਰਿਹਾ। ਪਰ ਫਿਰ ਰਾਜੇ ਨੂੰ ਇਹ ਪਤਾ ਲੱਗਾ ਕਿ ਇਹ ਜਿਹੜਾ ਆਦਮੀ ਹੈ ਇਕੱਲਾ ਲਗਨ ਅਤੇ ਮਿਹਨਤ ਨਾਲ ਕੰਮ ਨਹੀਂ ਕਰਦਾ ਹੈਗਾ, ਇਸ ਦੀ ਜਿਹੜੀ ਹੈ ਬੋਲ ਚਾਲ, ਦੂਸਰੇ ਦੇ ਨਾਲ ਜਿਹੜਾ ਵਰਤਾਰਾ ਹੈ ਉਹ ਵੀ ਬਹੁਤ ਮਿੱਠਾ ਹੈ, ਬਹੁਤ ਸ਼ਾਂਤ ਵਾਲਾ ਹੈ, ਬੜਾ ਨਿੱਘ ਵਾਲਾ ਹੈਗਾ। ਜਦ ਇਹ 2 ਗੱਲਾਂ ਰਾਜੇ ਨੂੰ ਪਤਾ ਲੱਗ ਗਈਆਂ ਕਿ ਇਹੋ ਜਿਹੇ ਇਨਸਾਨ ਅਗਰ ਮੇਰੇ ਰਾਜ ਦੇ ਵਿੱਚ ਹੋਣਗੇ ਅਤੇ ਮੇਰੇ ਰਾਜ ਦੀ ਤਰੱਕੀ ਹੋਊਗੀ, ਅਤੇ ਮੇਰੇ ਰਾਜ ਦੇ ਵਿੱਚ ਇਹੋ ਜਿਹੇ ਲੋਕ ਜਿਹੜੇ ਹੈਗੇ ਮੈਨੂੰ ਉਹਨਾਂ ਦੀ ਸਖਤ ਜ਼ਰੂਰਤ ਹੈ। ਇਹ ਸੋਚ ਜਿਹੜੀ ਹੈ ਨਾ ਰਾਜੇ ਦੇ ਮਨ 'ਤੇ ਚੱਲਦੀ ਗਈ ਅਤੇ ਰਾਜਾ ਅੰਦਰੋਂ ਅੰਦਰ ਹੀ ਬਹੁਤ ਪ੍ਰਸੰਨ ਹੋਇਆ। ਇੱਕ ਵਾਰ ਕੀ ਹੋਇਆ, ਕੋਈ ਸਮਾਂ ਆਇਆ, ਰਾਜਾ ਜਿਹੜਾ ਸੀਗਾ ਆਪਣੀਆਂ ਫੌਜਾਂ ਅਤੇ ਕੁਛ ਮੰਤਰੀ ਲੈ ਕੇ ਜਿਹੜਾ ਸੀਗਾ ਕਿਤੇ ਸੈਰ ਕਰਨ ਨਿਕਲਿਆ। ਜਦ ਸੈਰ ਕਰਨ ਨਿਕਲਿਆ ਤਾਂ ਕੀ ਦੇਖਿਆ, ਇੱਕ ਜੰਗਲ ਦੇ ਵਿੱਚ ਚਲਾ ਗਿਆ। ਉਦੋਂ ਗਰਮੀਆਂ ਦੇ ਦਿਨ ਸੀ। ਜਦ ਜੰਗਲ 'ਚ ਗਿਆ ਤਾਂ ਰਾਜੇ ਨੂੰ ਬੜੀ ਪਿਆਸ ਲੱਗੀ, ਅਤੇ ਰਾਜੇ ਨੇ ਆਪਣੇ ਜਿੰਨੇ ਵੀ ਜਿਹੜੇ ਸਾਥੀ ਸੀ, ਮੰਤਰੀ ਸੀ, ਉਹਨਾਂ ਨੂੰ ਪੁੱਛਿਆ ਕਿ ਇੱਥੇ ਕੋਈ ਨਾ ਕੋਈ ਪਾਣੀ ਦਾ ਇੰਤਜ਼ਾਮ ਹੈ। ਫਿਰ ਉੱਥੇ ਦੇ ਲੋਕਾਂ ਨੇ ਦੱਸਿਆ ਜੰਗਲ ਦੇ ਵਿੱਚ ਕਿ ਹਾਂ, ਇੱਥੇ ਇੱਕ ਜੰਗਲ ਦੇ ਵਿੱਚ ਬਹੁਤ ਵਧੀਆ ਖੂਹ ਹੈਗਾ ਜਿਹਦਾ ਜਲ ਜਿਹੜਾ ਅੰਮ੍ਰਿਤ ਵਰਗਾ ਮਿੱਠਾ ਹੈ, ਪਰ ਉਸ ਖੂਹ ਦੇ ਉੱਤੇ ਇੱਕ ਪ੍ਰੇਤ ਨੇ ਕਬਜ਼ਾ ਕੀਤਾ ਹੋਇਆ ਹੈ। ਉਹ ਪ੍ਰੇਤ ਇੰਨਾ ਅੜੀਅਲ ਹੈ, ਇੰਨਾ ਸਖਤ ਹੈ ਸੁਭਾਅ ਦਾ ਹੈਗਾ, ਅਗਰ ਕੋਈ ਆਦਮੀ ਗਲਤੀ ਦੇ ਨਾਲ ਉਸ ਖੂਹ 'ਤੇ ਪਾਣੀ ਪੀਣ ਚੱਲ ਜਾਵੇ ਤਾਂ ਉਹ ਪ੍ਰੇਤ ਜਿਹੜਾ ਹੈਗਾ ਉਹਨੂੰ ਮਾਰ ਕੇ ਜਿਹੜਾ ਹੈ ਨਾ ਉੱਥੇ ਹੀ ਖ਼ਤਮ ਕਰ ਦਿੰਦਾ ਹੈਗਾ। ਇਹ ਜਿਹੜਾ ਪ੍ਰੇਤ ਹੈ ਉਸੇ ਖੂਹ ਦੇ ਉੱਪਰ ਰਹਿੰਦਾ ਹੈਗਾ। ਜਦ ਰਾਜੇ ਨੂੰ ਇਸ ਗੱਲ ਦਾ ਪਤਾ ਲੱਗਾ ਅਤੇ ਰਾਜਾ ਵੀ ਸੁਣ ਕੇ ਬੜਾ ਹੈਰਾਨ ਹੋਇਆ, ਪਰ ਹੁਣ ਮਨ 'ਚ ਸੋਚਿਆ ਕਿ ਪਾਣੀ ਤਾਂ ਮੈਂ ਬਹੁਤ ਪੀਤਾ ਹੈ, ਪਰ ਇਸ ਖੂਹ ਦਾ ਪਾਣੀ ਜਿਹੜੇ ਇੱਥੇ ਦੇ ਲੋਕੀ ਹੈ ਦੂਰ ਦੇ ਉਹ ਦੱਸਦੇ ਆ ਕਿ ਇੱਥੇ ਦਾ ਜਿਹੜਾ ਖੂਹ ਦਾ ਪਾਣੀ ਉਹ ਅੰਮ੍ਰਿਤ ਵਰਗਾ ਹੈਗਾ। ਅਤੇ ਫਿਰ ਰਾਜੇ ਦੇ ਮਨ 'ਤੇ ਚਾਹਨਾ ਹੋਈ ਵੀ ਕਿਸੇ ਨਾ ਕਿਸੇ ਇਸ ਤਰ੍ਹਾਂ ਜਿਹੜਾ ਖੂਹ ਹੈਗਾ ਇਸ ਦਾ ਪਾਣੀ ਹਾਸਲ ਕੀਤਾ ਜਾਵੇ। ਫਿਰ ਰਾਜੇ ਨੇ ਆਪਣੇ ਜਿਹੜੇ ਫੌਜ ਦੇ ਸੀਗੇ ਅਤੇ ਜਾਂ ਮੰਤਰੀ ਸੀ ਸਾਰਿਆਂ ਦੇ ਚਿਹਰੇ ਵੱਲ ਦੇਖਿਆ ਇੱਕ ਵਾਰੀ। ਫਿਰ ਮਨ ਦੇ ਵਿੱਚ ਖਿਆਲ ਆਇਆ ਕਿ ਜਿਹੜਾ ਨਵਾਂ ਇੱਕ ਸੇਵਕ ਭਰਤੀ ਹੋਇਆ ਮੇਰੇ ਪਾਸ, ਜਿਹੜਾ ਕੰਮ ਬੜੀ ਲਗਨ ਦੇ ਨਾਲ ਕਰਦਾ, ਬਹੁਤ ਮਿੱਠਾ ਬੋਲਦਾ ਹੈਗਾ, ਕਿਉਂ ਨਾ ਉਹਨੂੰ ਇਸ ਖੂਹ ਦੇ ਉੱਤੇ ਪਾਣੀ ਲੈਣ ਭੇਜਿਆ ਜਾਵੇ। ਕਿਉਂ, ਅਗਰ ਪ੍ਰੇਤ ਜਿਹੜਾ ਉੱਤੇ ਹਮਲਾ ਵੀ ਕਰੇਗਾ, ਇਹਨੂੰ ਮਾਰ ਵੀ ਦੇਗਾ, ਹਜੇ ਨਵਾਂ ਹੈਗਾ, ਪਰ ਇੰਨੇ ਜਿਹੜੇ ਹਨ ਡਰਦੇ ਨੇ, ਨਾ ਨਹੀਂ ਕਰਨੀ ਹੈ। ਪਰ ਦੂਸਰਾ ਅਗਰ ਮੈਂ ਕੋਈ ਵੀ ਵਿਅਕਤੀ ਉਸ ਖੂਹ 'ਤੇ ਭੇਜਿਆ, ਅੱਬਲ ਤਾਂ ਉਹ ਡਰਦਾ ਉਸ ਖੂਹ 'ਤੇ ਜਾਊਗਾ ਨਹੀਂ, ਜੇ ਜਾਊਗਾ ਤਾਂ ਉਹਨੂੰ ਜਿਹੜਾ ਹੈ ਪ੍ਰੇਤ ਉਹ ਜਾਨੋਂ ਮਾਰ ਦਊਗਾ। ਪਰ ਕਿਉਂਕਿ ਇਹ ਮੇਰਾ ਨੌਕਰ ਹੈਗਾ, ਕੋਈ ਏਡੇ ਖਾਸ ਕੰਮ ਦਾ ਆਦਮੀ ਤਾਂ ਨਹੀਂ ਹੈ, ਪਰ ਹਾਂ 2 ਗੁਣ ਇਹਦੇ ਵਿੱਚ ਜ਼ਰੂਰ ਪ੍ਰਧਾਨ ਹੈਗੇ ਆ, ਜਿਸ ਕਰਕੇ ਦੀ ਸ਼ਲਾਘਾ ਜਿਹੜੀ ਹੈ ਨਾ ਮੇਰੇ ਸਾਰੇ ਮਹਿਲ ਦੇ ਵਿੱਚ ਲੋਕੀ ਕਰਦੇ ਆ। ਸੋ ਰਾਜੇ ਨੇ ਹੈ ਨਾ ਉਸ ਸੇਵਕ ਨੂੰ ਜਦ ਆਪਣੇ ਪਾਸ ਬੁਲਾਇਆ, ਉਹਨੂੰ ਕਹਿਣ ਲੱਗੇ, ਕਹਿੰਦੇ ਦੇਖ ਭਾਈ, ਸਾਨੂੰ ਪਾਣੀ ਦੀ ਪਿਆਸ ਲੱਗੀ ਆ ਸਾਹਮਣੇ ਇੱਕ ਜੰਗਲ ਦੇ ਵਿੱਚ ਖੂਹ ਹੈਗਾ, ਮੈਂ ਸੁਣਿਆ ਉਹਦਾ ਜਿਹੜਾ ਜਲ ਹੈ ਬੜਾ ਅੰਮ੍ਰਿਤ ਵਰਗਾ ਮਿੱਠਾ ਹੈ, ਤੂੰ ਜਾ ਕੇ ਹੈ ਨਾ ਮੇਰੇ ਵਾਸਤੇ ਜਿਹੜਾ ਹੈਗਾ ਉਹ ਜਲ ਦੇ ਗਾਗਰਾਂ ਜਿਹੜੀਆਂ ਉਹ ਭਰ ਕੇ ਲੈ ਕੇ ਆ।
ਜਦ ਇਹ ਗੱਲ ਹੋਈ ਤਾਂ ਉਹਨੇ 7 ਬਚਨ ਰਾਜੇ ਨੂੰ ਆਖਿਆ ਅਤੇ ਗਾਗਰ ਲੈ ਕੇ ਜਦ ਖੂਹ ਵੱਲ ਚਲੇ ਗਿਆ। ਪਰ ਜਦ ਖੂਹ ਦੇ ਨਜ਼ਦੀਕ ਪਹੁੰਚਿਆ ਅਤੇ ਜਿਹੜਾ ਪ੍ਰੇਤ ਉੱਥੇ ਖੂਹ ਦੇ ਉੱਪਰ ਦਰੱਖਤਾਂ ਦੇ ਉੱਤੇ ਜਿਹੜਾ ਰਹਿੰਦਾ ਸੀਗਾ, ਉਹਨੇ ਦੇਖਿਆ ਕਿ ਕੋਈ ਅਣਜਾਣ ਆਦਮੀ ਜਿਹੜਾ ਪਾਣੀ ਭਰਨ ਮੇਰੇ ਖੂਹ 'ਤੇ ਆ ਰਿਹਾ ਹੈਗਾ। ਉਹ ਪ੍ਰੇਤ ਦੇਖਦੇ ਸਾਰੇ ਉੱਚੀ ਉੱਚੀ ਹੱਸਣ ਲੱਗ ਪਿਆ। ਜਦ ਹੱਸਣ ਲੱਗ ਪਿਆ ਉਹਦੇ ਹੱਸਣ ਦੀ ਆਵਾਜ਼ ਆਈ। ਇੱਧਰੋਂ ਇਸ ਪਾਣੀ ਭਰਨ ਵਾਲੇ ਸੇਵਕ ਨੇ ਜਦ ਦੇਖਿਆ ਕਿ ਇਸ ਖੂਹ ਦੇ ਉੱਤੇ ਤਾਂ ਕੋਈ ਐਸੀ ਬਲਾ ਰਹਿੰਦੀ ਹੈਗੀ ਆ ਕਿ ਜਿਸ ਨੂੰ ਦੇਖ ਕੇ ਬੜਾ ਭਿਆਨਕ ਡਰ ਆਉਂਦਾ ਹੈਗਾ। ਉਹਦੇ ਹੱਸਦੇ ਹੱਸਦੇ ਤੇ ਪ੍ਰੇਤ ਜਿਹੜਾ ਸੀਗਾ ਉਹ ਸਾਹਮਣੇ ਆ ਗਿਆ। ਆ ਕੇ ਜਦ ਇਸ ਸੇਵਕ ਨੇ ਉਸ ਪ੍ਰੇਤ ਵੱਲ ਦੇਖਿਆ ਤਾਂ ਕੀ ਦੇਖਿਆ, ਉਸ ਪ੍ਰੇਤ ਦੀ ਸ਼ਕਲ ਬੜੀ ਭਿਆਨਕ ਸੀਗੀ। ਉਸ ਤੋਂ ਬਾਅਦ ਉਸ ਪ੍ਰੇਤ ਨੇ ਆਪਣੇ ਗਲ ਦੇ ਵਿੱਚ ਇੱਕ ਪਿੰਜਰ ਵੀ ਜਿਹੜਾ ਲਟਕਾਇਆ ਹੋਇਆ ਸੀਗਾ। ਤਾਂ ਪ੍ਰੇਤ ਜਿਹੜਾ ਸੀਗਾ ਇਸ ਨੂੰ ਜਿਹੜਾ ਹੈ ਉਹ ਬੋਲਣ ਲੱਗਾ, ਕਹਿਣ ਲੱਗਾ, ਕਹਿੰਦਾ ਵੀ ਬਹੁਤ ਦੇਰ ਬਾਅਦ ਕੋਈ ਆਦਮੀ ਮੇਰੇ ਖੂਹ 'ਤੇ ਪਾਣੀ ਭਰਨ ਆਇਆ ਹੈਗਾ ਅਤੇ ਅੱਜ ਤੂੰ ਪਾਣੀ ਭਰਨ ਤਾਂ ਆਇਆ ਹੈਗਾ, ਪਰ ਮੈਨੂੰ ਤੂੰ ਇਹ ਦੱਸ ਕਿ ਮੇਰੀ ਸ਼ਕਲ ਜਿਹੜੀ ਹੈ ਨਾ ਤੈਨੂੰ ਕਿਹੋ ਜਿਹੀ ਲੱਗਦੀ ਆ। ਕਿਉਂਕਿ ਪ੍ਰੇਤ ਨੂੰ ਇਹ ਪਤਾ ਸੀਗਾ ਵੀ ਜਿੰਨੇ ਵੀ ਲੋਕ ਮਾਰੇ ਆ ਸਾਰੇ ਲੋਕ ਜਿਹੜੇ ਹੈ ਉਹ ਮੈਨੂੰ ਬੁਰਾ ਹੀ ਦੱਸਦੇ ਹੈ। ਸਾਰੇ ਕਹਿੰਦੇ ਕਿ ਉੱਥੇ ਬੜਾ ਡਰਾਉਣਾ ਪ੍ਰੇਤ ਰਹਿੰਦਾ ਹੈਗਾ, ਕੋਈ ਵੀ ਆਦਮੀ ਮੇਰੀ ਸਿਫਤ ਨਹੀਂ ਕਰਦਾ। ਇਸ ਕਰਕੇ ਇਹਨੂੰ ਮੈਂ ਪੁੱਛਦਾ ਹੈਗਾ ਕਿ ਮੇਰੀ ਪਹਿਲਾਂ ਦੱਸ ਸ਼ਕਲ ਕਿਹੋ ਜਿਹੀ ਲੱਗਦੀ ਆ। ਜਦ ਪ੍ਰੇਤ ਨੇ ਪਹਿਲਾ ਸਵਾਲ ਕੀਤਾ ਅਤੇ ਇਹ ਜਿਹੜਾ ਸੇਵਕ ਸੀਗਾ ਇਸ ਪ੍ਰੇਤ ਨੂੰ ਕਹਿਣ ਲੱਗਾ, ਕਹਿੰਦਾ ਜੀ ਆਪ ਦੀ ਜਿਹੜੀ ਸ਼ਕਲ ਸੂਰਤ ਹੈ ਉਹ ਤਾਂ ਬਹੁਤ ਸੁੰਦਰ ਹੈਗੀ ਆ, ਆਪ ਦੀ ਇੰਨੀ ਮੋਹਣੀ ਸੂਰਤ ਹੈਗੀ ਆ। ਮੈਂ ਤਾਂ ਇਹੋ ਜਿਹੀ ਜਿਹੜੀ ਸੂਰਤ ਹੈਗੀ ਆ ਉਹ ਘੱਟ ਵੱਧ ਹੀ ਦੇਖੀ ਹੈਗੀ ਆ। ਆਪ ਦੇ ਜਿਹੜੀ ਚਮੜੀ ਹੈ ਬੜੀ ਕੋਮਲ ਹੈ, ਬੜੀ ਨਰਮ ਹੈ, ਰੰਗ ਬੜਾ ਜਿਹੜਾ ਹੈ ਆਪ ਜੀ ਦਾ ਚਮਕੀਲਾ ਹੈ, ਸਫੇਦ ਹੈ, ਗੋਰਾ ਹੈ। ਜਦ ਸੇਵਕ ਨੇ ਉਸ ਪ੍ਰੇਤ ਦੀ ਉਸਤਤ ਕੀਤੀ, ਉਹ ਪ੍ਰੇਤ ਸੁਣ ਕੇ ਹੱਕਾ ਬੱਕਾ ਹੋ ਗਿਆ। ਉਹ ਮਨ 'ਚ ਸੋਚਣ ਲੱਗਾ ਕਿ ਇਹੋ ਜਿਹਾ ਆਦਮੀ ਤਾਂ ਪਹਿਲਾਂ ਮੈਨੂੰ ਮਿਲਿਆ ਹੈਗਾ ਜਿਹੜਾ ਮੇਰੀ ਸਿਫਤ ਕਰ ਰਿਹਾ ਹੈ। ਸਾਰੇ ਲੋਕ ਮੈਨੂੰ ਆਖਦੇ ਆ ਕਿ ਤੇਰਾ ਜਿਹੜਾ ਰੰਗ ਕਾਲਾ ਹੈਗਾ, ਬੜਾ ਡਰਾਉਣਾ ਹੈ, ਦੰਦ ਤੇਰੇ ਜਿਹੜੇ ਹੈ ਬੜੇ ਬਾਹਰ ਆਏ ਹੋਏ ਆ। ਇਹ ਸੁਣ ਕੇ ਪ੍ਰੇਤ ਜਿਹੜਾ ਸੀਗਾ ਆਪਣੀ ਸਿਫਤ ਸੁਣ ਕੇ ਉੱਚੀ ਉੱਚੀ ਹੱਸ ਕੇ ਬੜਾ ਪ੍ਰਸੰਨ ਹੋਇਆ। ਫਿਰ ਉਹਨੂੰ ਕਹਿਣ ਲੱਗਾ ਕਿ ਆ ਜਿਹੜੀ ਮੇਰੇ ਗਲ ਦੇ ਵਿੱਚ ਮੇਰੀ ਇਸਤਰੀ ਹੈ, ਇਹ ਜਿਹੜੀ ਮੈਂ ਇਸਤਰੀ ਆਪਣੇ ਨਾਲ ਜਿਹੜੀ ਚੱਕੀ ਫਿਰਦਾ ਹੈਗਾ, ਇਹ ਦੱਸ ਇਹ ਮੇਰੀ ਇਸਤਰੀ ਕਿਹੋ ਜਿਹੀ ਹੈ। ਜਦ ਉਹ ਸੇਵਕ ਨੇ ਜਿਹੜੇ ਪ੍ਰੇਤ ਦੇ ਗਲ ਦੇ ਵਿੱਚ ਉਹਦਾ ਪਿੰਜਰ ਦੇਖਿਆ ਇਸਤਰੀ ਦਾ, ਅਤੇ ਫਿਰ ਸੇਵਕ ਸਮਝ ਗਿਆ ਕਿ ਇਸ ਪ੍ਰੇਤ ਨੇ ਆਪਣੀ ਇਸਤਰੀ ਨੂੰ ਹਾਸਲ ਕਰਨ ਵਾਸਤੇ ਜਿਹੜਾ ਸੀ ਇਸ ਨੂੰ ਮਾਰ ਕੇ ਜਿਹੜਾ ਸੀ ਇਹਦਾ ਸ਼ਬ ਆਪਣੇ ਗਲ ਦੇ ਵਿੱਚ ਲਮਕਾ ਲਿਆ ਹੈਗਾ ਅਤੇ ਸਮਾਂ ਪਾ ਕੇ ਉਹਦਾ ਜਿਹੜਾ ਮਾਸ ਸੀਗਾ ਉਹ ਸਾਰਾ ਖਤਮ ਹੋ ਗਿਆ, ਇਕੱਲਾ ਪਿੰਜਰ ਰਹਿ ਗਿਆ ਹੈ। ਫਿਰ ਇਹ ਜਿਹੜਾ ਸੇਵਕ ਸੀ ਪ੍ਰੇਤ ਨੂੰ ਕਹਿਣ ਲੱਗਾ, ਕਹਿੰਦਾ ਕਿ ਤੇਰੀ ਜਿਹੜੀ ਇਸਤਰੀ ਆ ਬਹੁਤ ਸੁੰਦਰ ਹੈਗੀ ਆ, ਐਸੀ ਕੋਮਲ ਹੈਗੀ ਆ ਕਿ ਇਹੋ ਜਿਹੀ ਜਿਹੜੀ ਨਾਰੀ ਹੈ ਉਹ ਭਾਗਿਆਂ ਵਾਲਿਆਂ ਨੂੰ ਹੀ ਪ੍ਰਾਪਤ ਹੁੰਦੀ ਹੈ। ਜਦ ਇਸ ਤਰ੍ਹਾਂ ਇਸ ਸੇਵਕ ਨੇ ਉਸ ਪ੍ਰੇਤ ਦੀ ਇਸਤਰੀ ਦੀ ਵੀ ਸਿਫਤ ਕਰ ਦਿੱਤੀ ਤਾਂ ਬਸ ਫਿਰ ਕੀ ਸੀ, ਪ੍ਰੇਤ ਹੋਰ ਵੀ ਜਿਹੜਾ ਸੀ ਅਤੀ ਪ੍ਰਸੰਨ ਹੋਇਆ। ਉਹ ਇੰਨਾ ਪ੍ਰਸੰਨ ਹੋਇਆ, ਉਹ ਕਹਿਣ ਲੱਗਾ, ਕਹਿੰਦਾ ਜਿਹੜੇ ਵੀ ਲੋਕ ਆਉਂਦੇ ਉਹ ਇਹੀ ਗੱਲ ਕਰਦੇ ਆ ਕਿ ਇੱਕ ਪ੍ਰੇਤ ਨੇ ਗਲ ਦੇ ਵਿੱਚ ਪਿੰਜਰ ਪਾਇਆ ਹੋਇਆ ਹੈ, ਪਰ ਤੈਨੂੰ ਇਹ ਪਿੰਜਰ ਨਜ਼ਰ ਨਹੀਂ ਆਉਂਦਾ ਹੈਗਾ, ਤੈਨੂੰ ਤਾਂ ਮੇਰੀ ਖੂਬਸੂਰਤ ਇਸਤਰੀ ਹੀ ਨਜ਼ਰ ਆਉਂਦੀ ਹੈ। ਕਿਉਂਕਿ ਇਹ ਜਿਹੜਾ ਸੇਵਕ ਸੀ ਇਹਦੇ ਗੁਰੂ ਨੇ ਦੱਸਿਆ ਸੀਗਾ ਕਿ 2 ਬਚਨਾਂ 'ਤੇ ਪਹਿਰਾ ਦੇਣਾ ਹੈ। ਪਹਿਲਾ ਤਾਂ ਬਚਨ ਇਹ ਹੈਗਾ ਕਿ ਜੋ ਕੰਮ ਕਰਨਾ ਪੂਰੀ ਇਮਾਨਦਾਰੀ ਲਗਨ ਤੇ ਚਾਅ ਨਾ ਕਰਨਾ। ਦੂਸਰਾ ਇਹ ਹੈ ਕਿ ਅਗਰ ਕਿਸੇ ਦੇ ਨਾਲ ਕੋਈ ਵਰਤਾਰਾ ਕਰਨਾ, ਕੋਈ ਗੱਲਬਾਤ ਕਰਨੀ, ਬੜੀ ਮਿੱਠੀ ਬੋਲੜੀ ਕਰਨੀ ਆ। ਐਸੀ ਗੱਲ ਨਹੀਂ ਕਰਨੀ ਕਿ ਕਿਸੇ ਦਾ ਜਿਹੜਾ ਹਿਰਦਾ ਦੁਖੇ, ਕਿਸੇ ਨੂੰ ਤੇਰੀ ਗੱਲ ਸੁਣ ਕੇ ਕ੍ਰੋਧ ਆਵੇ। ਸੋ ਇਸ ਕਰਕੇ ਇਹ ਜਿਹੜੇ ਮਹਾਤਮਾ ਦਾ ਸੇਵਕ ਸੀਗਾ ਸਾਰੀਆਂ ਗੱਲਾਂ ਦੇ ਉੱਤੇ ਪੂਰਾ ਪਹਿਰਾ ਦੇ ਰਿਹਾ ਸੀਗਾ, ਜਿਸ ਨੂੰ ਸੁਣ ਕੇ ਜਿਹੜਾ ਸੀ ਪ੍ਰੇਤ ਬਹੁਤ ਜ਼ਿਆਦਾ ਪ੍ਰਸੰਨ ਹੋਇਆ। ਫਿਰ ਉਹਨੇ ਕਿਹਾ ਕਿ ਹਾਂ ਮੈਂ ਤੇਰੇ 'ਤੇ ਅੱਜ ਬਹੁਤ ਪ੍ਰਸੰਨ ਹਾਂ, ਦੱਸ ਕੀ ਤੂੰ ਮੰਗਦਾ ਹੈ, ਜੋ ਤੂੰ ਮੰਗੇਗਾ ਅੱਜ ਮੈਂ ਤੈਨੂੰ ਜਿਹੜਾ ਹੈਗਾ ਉਹਦਾ ਫਲ ਜ਼ਰੂਰ ਦਊਂਗਾ। ਜਦ ਪ੍ਰੇਤ ਨੇ ਇਹਨੂੰ ਇਹ ਗੱਲ ਆਖੀ ਤਾਂ ਫਿਰ ਦੇਖੋ ਇਹ ਜਿਹੜਾ ਸੇਵਕ ਸੀਗਾ ਮਹਾਤਮਾ ਦਾ ਕਹਿਣ ਲੱਗਾ ਕਿ ਬਸ ਹੋਰ ਤਾਂ ਕੋਈ ਇੱਛਾ ਨਹੀਂ ਆ, ਮੇਰੇ ਮਨ ਦੀ ਇਹੋ ਇੱਛਾ ਹੈਗੀ ਆ ਕਿ ਆ ਜਿਸ ਖੂਹ 'ਤੇ ਤੂੰ ਰਹਿੰਦਾ ਹੈਗਾ ਇਸ ਖੂਹ ਦਾ ਪਾਣੀ ਬੜਾ ਅੰਮ੍ਰਿਤ ਵਰਗਾ ਹੈਗਾ, ਪਰ ਜਿਹੜੇ ਲੋਕ ਆਲੇ ਦੁਆਲੇ ਦੇ ਤੇਰੇ ਤੋਂ ਡਰ ਕੇ ਤੇਰੇ ਪਾਸ ਨਹੀਂ ਆਉਂਦੇ। ਸੋ ਮੇਰੀ ਮਨ ਦੀ ਇਹੀ ਤਮੰਨਾ ਹੈਗਾ ਕਿ ਤੂੰ ਇਹ ਇਲਾਕਾ ਛੱਡ ਕੇ ਕਿਤੇ ਦੂਰ ਚਲੇ ਜਾ, ਤਾਂ ਜੋ ਇਹ ਜਿਹੜਾ ਪਾਣੀ ਹੈਗਾ ਆਉਂਦੇ ਜਾਂਦੇ ਮੁਸਾਫਰਾਂ ਦੇ ਵਾਸਤੇ ਜਿਹੜਾ ਹੈਗਾ ਉਹ ਖਿੱਚ ਦਾ ਕੇਂਦਰ ਬਣ ਜਾਵੇ। ਸਾਰੇ ਮੁਸਾਫਰ ਆ ਕੇ ਇੱਥੇ ਆਪਣਾ ਜਿਹੜੀ ਪਿਆਸ ਉਹ ਨਿਵਰਤੀ ਕਰ ਸਕਣ ਅਤੇ ਇਸ ਖੂਹ ਦੇ ਦਰੱਖਤਾਂ ਦੀ ਠੰਡੀ ਜਿਹੜੀ ਛਾਂ ਉਹਨੂੰ ਮਾਣ ਸਕਣ। ਜਦ ਇਹ ਸੇਵਕ ਨੇ ਉਸ ਪ੍ਰੇਤ ਨੂੰ ਇਹ ਆਪਣੀ ਮਨ ਦੀ ਇੱਛਾ ਜਿਹੜੀ ਜ਼ਾਹਰ ਕਰ ਦਿੱਤੀ ਤਾਂ ਪ੍ਰੇਤ ਕਹਿਣ ਲੱਗਾ, ਕਹਿੰਦਾ ਹਾਂ ਕਿਉਂਕਿ ਮੈਂ ਤੈਨੂੰ ਵਚਨ ਦਿੱਤਾ ਹੈਗਾ, ਇਸ ਕਰਕੇ ਮੈਂ ਤੇਰੇ ਵਚਨਾਂ ਦੇ ਉੱਤੇ ਪੂਰਾ ਪਹਿਰਾ ਦਿੰਦਾ ਹੋਇਆ ਅੱਜ ਇਹ ਜਿਹੜਾ ਖੂਹ ਹੈਗਾ ਪੂਰਾ ਖਾਲੀ ਕਰਕੇ ਕਿਤੇ ਦੂਰ ਚਲਿਆ ਜਾਵਾਂਗਾ। ਸੋ ਤੂੰ ਮੇਰੀ ਪ੍ਰਸ਼ੰਸਾ ਕੀਤੀ ਆ, ਇਹਦੇ ਬੱਟੇ ਜਿਹੜੇ ਹੈ ਮੈਂ ਤੇਰਾ ਕਿਹਾ ਜ਼ਰੂਰ ਮੰਨਦਾ ਹੈਗਾ। ਅੱਜ ਤੋਂ ਬਾਅਦ ਕੋਈ ਵੀ ਆਦਮੀ ਜਿਹੜਾ ਹੈਗਾ ਇਸ ਖੂਹ 'ਤੇ ਆ ਕੇ ਇਸ ਦਾ ਅੰਮ੍ਰਿਤ ਵਰਗਾ ਜਲ ਦਾ ਸੇਵਨ ਕਰ ਸਕਦਾ ਹੈ, ਪੀ ਸਕਦਾ, ਨਹਾ ਸਕਦਾ, ਇਹਨਾਂ ਦਰੱਖਤਾਂ ਦੇ ਥੱਲੇ ਆਰਾਮ ਕਰ ਸਕਦਾ ਹੈਗਾ। ਤਾਂ ਮੈਂ ਇਲਾਕਾ ਛੱਡ ਕੇ ਕਿਤੇ ਦੂਰ ਜਾ ਰਿਹਾ ਹੈਗਾ। ਇਹ ਕਹਿ ਕੇ ਜਿਹੜਾ ਪ੍ਰੇਤ ਸੀਗਾ
ਉੱਥੇ ਉਸ ਸਿੱਖ ਨੂੰ ਜਿਹੜੀ ਸੀ ਆਪਣੀ ਨਿਸ਼ਾਨੀ ਦੇ ਕੇ ਤੇ ਉਸ ਸਥਾਨ ਤੋਂ ਜਿਹੜਾ ਸੀਗਾ ਉਹ ਦੂਰ ਚਲਾ ਗਿਆ। ਸੋ ਇਹ ਹੈ ਬਚਨਾਂ ਦੇ ਉੱਤੇ ਪਹਿਰੇ ਦੇਣ ਦਾ ਫਲ। ਉਸ ਤੋਂ ਬਾਅਦ ਫਿਰ ਜਿਹੜਾ ਸੇਵਕ ਸੀਗਾ ਇਹਨੇ ਖੂਹ ਦੇ ਨਾਲ ਆਪਣੀਆਂ ਜਿਹੜੀਆਂ ਗਾਗਰਾਂ ਸੀ ਪਾਣੀ ਦੀਆਂ ਭਰੀਆਂ, ਕਿਉਂਕਿ ਰਾਜੇ ਦੇ ਮਨ ਦੇ ਵਿੱਚ ਸੀਗਾ ਕਿ ਕੋਈ ਵੀ ਜਿਹੜਾ ਆਦਮੀ ਆ ਉਸ ਖੂਹ ਤੋਂ ਖਾਲੀ ਰਿਹਾ ਪ੍ਰੇਤ ਉਹਨੂੰ ਜ਼ਰੂਰ ਮਾਰ ਦਊਗਾ। ਪਰ ਰਾਜੇ ਦੇ ਮਨ ਦੇ ਵਿੱਚ ਇਹ ਸੀਗਾ ਕਿ ਇਹ ਵੀ ਜਿਹੜਾ ਸੇਵਕ ਹੈਗਾ ਇਹ ਵੀ ਮੌਤ ਤੋਂ ਜਿਹੜਾ ਬਚ ਨਹੀਂ ਸਕਦਾ। ਪਰ ਜਦ ਰਾਜੇ ਨੇ ਦੇਖਿਆ ਕਿ ਇਹੋ ਹੀ ਉਹਦਾ ਜਿਹੜਾ ਸੇਵਕ ਹੈਗਾ ਉਹ ਪਾਣੀ ਦੀਆਂ ਜਿੰਨੀਆਂ ਵੀ ਜਿਹੜੀਆਂ ਉਹ ਘਰੋਟੀਆਂ ਹੈ ਜਾਂ ਜਿੰਨੇ ਵੀ ਘੜੇ ਹੈਗੇ ਉਹ ਸਾਰੇ ਭਰ ਕੇ ਲੈ ਕੇ ਆ ਰਿਹਾ ਹੈਗਾ। ਜਦ ਰਾਜੇ ਨੇ ਦੇਖਿਆ ਰਾਜਾ ਹੱਕਾ ਬੱਕਾ ਹੋ ਗਿਆ। ਬਾਕੀ ਰਾਜਾ ਜਿਹੜੇ ਮੰਤਰੀ ਸੀ ਜਾਂ ਹੋਰ ਖਾਸ ਬੰਦੇ ਸੀ ਵੀ ਉੱਠ ਕੇ ਸਾਰੇ ਜਿਹੜੇ ਸੀ ਉਸ ਨੂੰ ਤੱਕਣ ਲੱਗ ਪਏ ਤਾਂ ਉਹਨੂੰ ਕਹਿਣ ਲੱਗੇ ਕਿ ਕੀ ਉਸ ਖੂਹ ਦੇ ਉੱਤੇ ਪ੍ਰੇਤ ਨਹੀਂ ਰਹਿੰਦਾ ਹੈ, ਤੂੰ ਪਾਣੀ ਕਿਵੇਂ ਭਰ ਲਿਆ ਹੈ। ਫਿਰ ਦੇਖੋ ਉਸ ਮਹਾਤਮਾ ਦੇ ਸੇਵਕ ਨੇ ਰਾਜੇ ਨੂੰ ਜਿਹੜੀ ਇਹ ਸਾਰੀ ਗੱਲਬਾਤ ਦੱਸੀ ਕਿ ਇਸ ਤਰ੍ਹਾਂ ਹੋਈ ਸੀ ਅਤੇ ਮੈਂ ਇਹਨਾਂ ਬਚਨਾਂ 'ਤੇ ਪਹਿਰਾ ਦਿੱਤਾ ਸੀ, ਜਿਸ ਕਰਕੇ ਪ੍ਰੇਤ ਜਿਹੜਾ ਹੈਗਾ ਉਹ ਖੁਸ਼ ਹੋ ਕੇ ਮੈਨੂੰ ਵਰਦਾਨ ਦੇਗਾ ਅਤੇ ਇਹ ਖੂਹ ਛੱਡ ਗਿਆ ਹੈਗਾ। ਹੁਣ ਮੈਂ ਇਕੱਲਾ ਨਹੀਂ, ਕੋਈ ਵੀ ਆਦਮੀ ਬਿਨਾਂ ਖੌਫ ਤੋਂ ਬਿਨਾਂ ਡਰ ਤੋਂ ਇਸ ਖੂਹ ਦਾ ਅੰਮ੍ਰਿਤ ਵਰਗਾ ਜਲ ਭਰ ਸਕਦਾ, ਪੀ ਸਕਦਾ, ਇਸ਼ਨਾਨ ਕਰ ਸਕਦਾ ਅਤੇ ਖੂਹ ਦੇ ਜਿਹੜੇ ਆਲੇ ਦੁਆਲੇ ਦਰੱਖਤਾਂ ਦੇ ਬਹੁਤ ਵੱਡੇ ਵੱਡੇ ਝੁੰਡ ਹੈਗੇ ਆ ਉਹਨਾਂ ਦੇ ਵਿੱਚ ਜਿਹੜਾ ਹੈਗਾ ਉਹ ਆਰਾਮ ਕਰ ਸਕਦਾ ਹੈ। ਇਹ ਸੁਣ ਕੇ ਫਿਰ ਰਾਜਾ ਬਹੁਤ ਪ੍ਰਸੰਨ ਹੋਇਆ। ਰਾਜੇ ਨੇ ਕੀ ਕੀਤਾ, ਇਸੇ ਹੀ ਮਹਾਤਮਾ ਦੇ ਸੇਵਕ ਨੂੰ ਜਿਹੜਾ ਸੀਗਾ ਫਿਰ ਇੱਕ ਨੌਕਰ ਤੋਂ ਸਿੱਧਾ ਡਾਇਰੈਕਟ ਆਪਣਾ ਮੰਤਰੀ ਜਿਹੜਾ ਸੀਗਾ ਉਹ ਭਰਤੀ ਕਰ ਲਿਆ। ਦੇਖੋ ਜਦੋਂ ਮੰਤਰੀ ਬਣਿਆ ਫਿਰ ਕੀ ਸੀ, ਫਿਰ ਉਹਦੀ ਸਾਰੀ ਜਿਹੜੀ ਦਲਿੱਦਰੀ ਸੀਗੀ ਉਹ ਜਿਹੜੀ ਸੀ ਉਹ ਉਸੇ ਟਾਈਮ ਸਾਰੀ ਜਾਂਦੀ ਲੱਗੀ। ਸੋ ਇਹ ਹੈ ਮਹਾਤਮਾ ਦੇ ਬਚਨ ਕਮਾਉਣ ਦੀ ਤਾਕਤ, ਬਚਨ ਕਮਾਉਣ ਦਾ ਫਲ। ਜਿਨ੍ਹਾਂ ਨੇ ਮਹਾਂਪੁਰਖਾਂ ਦਾ ਜਿਹੜਾ ਹੈ ਉਹ ਬਚਨ ਕਮਾਇਆ ਹੈਗਾ ਉਹਨਾਂ ਦਾ ਜੀਵਨ ਲੋਕ ਅਤੇ ਪਰਲੋਕ ਇਹ ਦੋਨੇ ਸੁਹੇਲੇ ਹੋ ਜਾਂਦੇ ਆ, ਉਹਨਾਂ ਦੀ ਚੜ੍ਹਦੀ ਕਲਾ ਹੋ ਜਾਂਦੀ ਆ। ਸੋ ਇਹ ਜਿਹੜੀ ਸਾਰੀ ਗੱਲਬਾਤ ਸੀਗੀ ਇਹ ਦਾਸ ਨੂੰ ਕਿਸੇ ਮਹਾਤਮਾ ਨੇ ਜਿਹੜੀ ਸੁਣਾਈ ਸੀ। ਸੋ ਕਹਿਣ ਤੋਂ ਭਾਵ ਇੰਨਾ ਹੈਗਾ ਕਿ ਜਿਹੜੇ ਬਚਨ ਕਮਾ ਲੈਂਦੇ ਆ ਉਹ ਬਚਨ ਕਮਾਉਣ ਦੇ ਨਾਲ ਜਿਹੜੇ ਹੈਗੇ ਉਹ ਆਪਣਾ ਲੋਕ ਅਤੇ ਪਰਲੋਕ ਸੁਖੀ ਕਰਕੇ ਇਸ ਸੰਸਾਰ ਦੇ ਵਿੱਚੋਂ ਜਿਹੜੇ ਹੈਗੇ ਉਹ ਸੁਰਖਰੂ ਹੋ ਕੇ ਚਲੇ ਜਾਂਦੇ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।